7ਵੀਂ ਸ਼੍ਰੇਣੀ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਨਿੱਘਾ ਜੀ ਆਇਆਂ ਨੂੰ। ਵਿਦਿਆਰਥੀਓ, ਆਪਾਂ ਨਵੀਂ ਉਡਾਨ ਪੰਜਾਬੀ ਪਾਠ ਪੁਸਤਕ 7 ਪੜ੍ਹ ਰਹੇ ਸੀ, ਜਿਸ ਦਾ ਪਾਠ ਨੰਬਰ 12 ਅਸੀਂ ਸ਼ੁਰੂ ਕੀਤਾ ਸੀ। ਪਾਠ ਨੰਬਰ 12 ਸੀ 3 ਸਵਾਲ। ਸੋ ਖੋਲੋ ਪੁਸਤਕਾਂ, ਇਸ ਪਾਠ ਨੂੰ ਅੱਗੇ ਪੜ੍ਹਨਾ ਸ਼ੁਰੂ ਕਰੀਏ। 3 ਸਵਾਲ ਜੋ ਕਿ ਰਾਜੇ ਦੇ ਮਨ ਵਿੱਚ ਸੀ, ਜਿਨ੍ਹਾਂ ਦੇ ਉਹ ਜਵਾਬ ਜਾਣਨੇ ਚਾਹੁੰਦਾ ਸੀ ਕਿ ਉਹਨੂੰ ਜਵਾਬ ਮਿਲਦੇ ਨੇ ਕਿ ਨਹੀਂ ਮਿਲਦੇ ਉਹਨਾਂ ਸਵਾਲਾਂ ਦੇ, ਕਿਉਂਕਿ ਉਹ ਜਾ ਚੁੱਕਾ ਹੈ ਇੱਕ ਸਾਧੂ ਕੋਲ। ਬੜੇ ਸਿਆਣਿਆਂ ਦਾ, ਸ਼ਹਿਰ ਦਿਆਂ ਦਾ, ਆਪਣੇ ਰਾਜ ਦਿਆਂ ਦੇ ਬੜੇ ਵਿਅਕਤੀਆਂ ਨੂੰ ਮਿਲ ਚੁੱਕਾ ਹੈ, ਜਿਨ੍ਹਾਂ ਨੇ ਵੱਖਰੀ ਵੱਖਰੀ ਰਾਏ ਦੱਸੀ ਹੈ, ਪਰ ਉਹਦੀ ਸੈਟਿਸਫੈਕਸ਼ਨ ਨਹੀਂ ਹੋਈ ਕਿਸੇ ਤਰ੍ਹਾਂ। ਹੁਣ ਉਹ ਸਾਧੂ ਮਹਾਤਮਾਵਾਂ ਕੋਲੋਂ ਆਪਣੇ ਸਵਾਲਾਂ ਦਾ ਜਵਾਬ ਮੰਗਣ ਗਿਆ ਹੈ। ਆਪਾਂ ਕੱਲ ਪੜ੍ਹ ਚੁੱਕੇ ਹਾਂ ਕਿ ਮਹਾਤਮਾ ਦੀ ਕੁਟੀਆ ਦੇ ਬਾਹਰ ਗਿਆ ਹੈ, ਜਿਹਨੂੰ ਪਹੁੰਚਿਆ ਉੱਥੇ ਤੇ ਉਹਨੂੰ ਵੇਖ ਰਿਹਾ ਕਿ ਮਹਾਤਮਾ ਸਾਹੋ ਸਾਈ ਹੋਇਆ ਹੈ, ਥੱਕਿਆ ਹੋਇਆ ਹੈ, ਪਰ ਥੱਕਿਆ ਟੁੱਟਿਆ ਵੀ ਉਹ ਲਗਾਤਾਰ ਮਿੱਟੀ ਪੁੱਟ ਰਿਹਾ, ਮਗਨ ਹੈ, ਆਪਣੇ ਕੰਮ ਵਿੱਚ ਮਸਤ ਹੈ। ਸੋ ਅੱਗੇ ਆਪਾਂ ਪੜ੍ਹਨਾ ਸੀ ਪੰਨਾ ਨੰਬਰ 93 ਦੇ ਉੱਪਰ। ਇਹ ਸੱਜੇ ਪਾਸੇ ਪੰਨੇ ਦੇ ਸਾਈਡ, ਜਿਹੜੀ ਰਾਈਟ ਸਾਈਡ ਹੈ, ਉਸ ਸਾਈਡ ਦੇ ਉੱਤੇ ਉੱਪਰਲੀ 70 ਨੂੰ ਛੱਡ ਕੇ ਆਪਣਾ ਚੌਥਾ ਪੈਰਾ ਹੈ, ਇੱਥੋਂ ਪੜ੍ਹਨਾ ਅਸੀਂ ਅੱਜ। ਸੋ ਮੈਂ ਸ਼ੁਰੂ ਕਰਨ ਜਾ ਰਹੀ ਹਾਂ। ਰਾਜੇ ਨੇ ਉਸ ਨੂੰ ਪ੍ਰਣਾਮ ਕੀਤਾ ਤੇ ਆਪਣੇ ਆਉਣ ਦਾ ਸਬੱਬ ਦੱਸਿਆ, ਕਾਰਨ ਦੱਸਿਆ। ਪਹਿਲਾਂ ਉਹਨੂੰ ਪ੍ਰਣਾਮ ਕਰ ਲਿਆ, ਨਮਸਕਾਰ ਕਰ ਲਈਏ, ਫਿਰ ਦੱਸਿਆ ਕਾਰਨ ਕਿ ਮੈਂ ਕਿਉਂ ਆਇਆ। ਮਹਾਰਾਜ, ਮੈਂ ਬੜੀ ਆਸ ਨਾਲ ਤੁਹਾਡੇ ਕੋਲੋਂ ਆਪਣੇ ਉਹਨਾਂ ਪ੍ਰਸ਼ਨਾਂ ਦੇ ਜਵਾਬ ਲੈਣ ਆਇਆ ਹਾਂ ਜਿਨ੍ਹਾਂ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ। ਰਾਜੇ ਨੇ ਕਿਹਾ, ਕਿਰਪਾ ਕਰਕੇ ਮੈਨੂੰ ਦੱਸੋ ਕਿ ਕਿਹੜਾ ਸਮਾਂ ਤੇ ਕਿਹੜਾ ਕੰਮ ਸਭ ਤੋਂ ਜ਼ਰੂਰੀ ਹਨ, ਜੋ ਮੈਨੂੰ ਸਭ ਤੋਂ ਪਹਿਲਾਂ ਕਰਨੇ ਚਾਹੀਦੇ ਹਨ, ਤੇ ਮੇਰੇ ਲਈ ਕਿਹੜਾ ਵਿਅਕਤੀ ਸਭ ਤੋਂ ਅਹਿਮ ਹੈ। ਸੋ ਹੁਣ ਇਸ ਨੂੰ ਜਿਹੜੀ ਪਰੇਸ਼ਾਨੀ ਹੈ ਇਹਨਾਂ 3 ਸਵਾਲਾਂ ਦੀ, ਉਹਨੇ ਜ਼ਾਹਰ ਕਰ ਦਿੱਤੀ ਕਿ ਇਹ ਸਵਾਲਾਂ ਦੇ ਮੈਂ ਜਵਾਬ ਜਾਣਨ ਲਈ ਤੁਹਾਡੇ ਕੋਲ ਆਇਆ ਹਾਂ, ਤੁਸੀਂ ਕਿਰਪਾ ਕਰੋ ਮੇਰੇ ਉੱਤੇ ਦੱਸੋ। ਪਰ ਇਹ ਨਹੀਂ ਰਾਜੇ ਨੇ ਦੱਸਿਆ ਕਿ ਮੈਂ ਕੋਈ ਮਹਾਰਾਜ ਹਾਂ ਜਾਂ ਮੈਂ ਰਾਜਾ ਹਾਂ। ਆਪਣੇ ਆਪ ਦਾ ਉਹਨੇ ਲੁਕੋ ਰੱਖਿਆ ਹੈ ਤੇ ਆਪਣੇ ਸਵਾਲ ਉਹਨੇ ਰੱਖ ਦਿੱਤੇ ਨੇ ਸਾਧੂ ਦੇ ਅੱਗੇ, ਮਹਾਤਮਾ ਦੇ ਅੱਗੇ। ਪਰ ਮਹਾਤਮਾ ਨੇ ਰਾਜੇ ਵੱਲੋਂ ਕੀਤੇ 3 ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ ਤੇ ਉਹ ਉਂਝ ਹੀ ਆਪਣੀ ਕਹੀ ਨੂੰ ਫੜ ਕੇ ਕਿਆਰੀ ਨੂੰ ਪੁੱਟਦਾ ਰਿਹਾ। ਰਾਜਾ ਕੁਝ ਦੇਰ ਮਹਾਤਮਾ ਨੂੰ ਇਸ ਤਰ੍ਹਾਂ ਸਾਹੋ ਸਾਹ ਹੁੰਦਾ ਦੇਖਦਾ ਰਿਹਾ। ਫਿਰ ਰਾਜਾ ਅੱਗੇ ਵਧਿਆ ਤੇ ਮਹਾਤਮਾ ਦੇ ਹੱਥੋਂ ਕਹੀ ਫੜ ਲਈ। ਲਿਆਓ ਮਹਾਰਾਜ, ਤੁਸੀਂ ਥੱਕ ਗਏ ਹੋ, ਆਰਾਮ ਕਰ ਲਵੋ, ਬਾਕੀ ਦਾ ਕੰਮ ਮੈਂ ਕਰ ਦਿੰਦਾ ਹਾਂ। ਹੁਣ ਉਹਨੇ ਜਿਹੜੇ ਸਵਾਲ ਸਨ ਤਿੰਨੇ ਕੀਤੇ ਮਹਾਤਮਾ ਨੂੰ, ਉਹਨਾਂ ਦਾ ਜਵਾਬ ਨਹੀਂ ਦਿੱਤਾ ਮਹਾਤਮਾ ਨੇ। ਉਹਨੇ ਜ਼ਰੂਰੀ ਨਹੀਂ ਸਮਝਿਆ, ਉਹ ਆਪਣੀ ਜਿਹੜੀ ਕਿਆਰੀ ਪੁੱਟ ਰਿਹਾ ਸੀ ਕਹੀ ਦੇ ਨਾਲ, ਉਹੀ ਲਗਾਤਾਰ ਕੰਮ ਕਰਦਾ ਰਿਹਾ। ਸਾਹੋ ਸਾਹ ਹੋਇਆ ਹੈ, ਬੁਰਾ ਹਾਲ ਹੋਇਆ ਥਕਾਵਟ ਦੇ ਨਾਲ, ਪਰ ਉਹਨੇ ਕੋਈ ਉੱਤਰ ਨਹੀਂ ਦਿੱਤਾ ਰਾਜੇ ਨੂੰ। ਸੋ ਰਾਜੇ ਨੇ ਕੀ ਕੀਤਾ, ਅੱਗੇ ਹੋ ਕੇ ਕਹੀ ਫੜ ਲਈ ਹੈ ਮਹਾਤਮਾ ਦੇ ਹੱਥੋਂ ਤੇ ਕਹਿੰਦਾ ਕਿ ਤੁਸੀਂ ਬਹਿ ਜਾਓ, ਆਰਾਮ ਕਰ ਲਓ, ਥੱਕੇ ਹੋ, ਮੈਂ ਤੁਹਾਡੀ ਕਿਆਰੀ ਪੁੱਟ ਦਿੰਨਾ, ਬਣਾ ਦਿੰਨਾ। ਮਹਾਤਮਾ ਨੇ ਰਾਜੇ ਦਾ ਧੰਨਵਾਦ ਕੀਤਾ ਤੇ ਕਹੀ ਫੜਾ ਦਿੱਤੀ। ਮਹਾਤਮਾ ਨੇ ਉਹਨੂੰ ਥੈਂਕਸ ਕਰ ਦਿੱਤਾ ਹੈ ਤੇ ਕਹੀ ਵੀ ਦੇ ਦਿੱਤੀ ਹੈ ਵੀ ਚਾਲੇ ਪੁੱਟ ਦੇਵੇ। ਆਪ ਉਹ ਜ਼ਮੀਨ ਉੱਪਰ ਸਾਹ ਲੈਣ ਲਈ ਬੈਠ ਗਿਆ। ਰਾਜੇ ਨੇ ਕਹੀ ਨਾਲ ਕਿਆਰੀ ਪੁੱਟਣੀ ਸ਼ੁਰੂ ਕਰ ਦਿੱਤੀ। ਜਦੋਂ ਉਸਨੇ 2 ਕਿਆਰੀਆਂ ਜੋਗੀ ਥਾਂ ਪੁੱਟ ਲਈ ਤਾਂ ਉਹ ਰੁਕ ਗਿਆ ਤੇ ਮਹਾਤਮਾ ਨੂੰ ਆਪਣੇ ਸਵਾਲਾਂ ਦੇ ਜਵਾਬ ਬਾਰੇ ਦੁਬਾਰਾ ਪੁੱਛਣ ਲੱਗਾ। ਪਰ ਮਹਾਤਮਾ ਨੇ ਜਵਾਬ ਦੇਣ ਦੀ ਬਜਾਏ ਉਸਨੂੰ ਕਿਹਾ, ਤੁਸੀਂ ਥੱਕ ਗਏ ਹੋ, ਜਾ ਕੇ ਆਰਾਮ ਕਰੋ, ਮੈਨੂੰ ਮੇਰਾ ਕੰਮ ਕਰ ਲੈਣ ਦਿਓ। ਹੁਣ ਜਿੰਨਾ ਚਿਰ ਤੱਕ ਚਲਾਈਏ ਕਹੀ ਰਾਜੇ ਨੇ, ਉਹਨਾਂ ਚਿਰ ਤੱਕ ਆਰਾਮ ਕਰਦੇ ਰਹੇ ਨੇ ਮਹਾਤਮਾ। ਸੋ ਜਿੰਨਾ ਚਿਰ ਉਹ ਆਰਾਮ ਕੀਤਾ, ਸਾਹ ਲਿਆ, ਉਹਨਾਂ ਦੀ ਥਕਾਵਟ ਥੋੜ੍ਹੀ ਦੂਰ ਹੋਈ, ਆਰਾਮ ਮਹਿਸੂਸ ਹੋਇਆ ਸਰੀਰ ਨੂੰ। ਸੋ 2 ਕਿਆਰੀਆਂ ਜੱਗੀ ਜਗ੍ਹਾ ਬਣਾ ਦਿੱਤੀ ਹੈ
2 क्यारियां जिन्नी थां बना के राजे ने अपना फिर सवाल अपना अगे रखिया उन्हां दे। पर महात्मा ने उन्होंने आंसर उहदा कोई नहीं दिता, सगों कहा भी तुसीं थक गए हो, तुसीं जाके आराम करो, मैनू मेरा काम वापस दे दो, मैं अपने आप अपना काम कर लांगा। पर राजे ने महात्मा नूं कही ना दिती ते लगातार उदों तक मिट्टी पुट्टदा रहा जदों तक 3 क्यारियां तैयार ना हो गईयां। हुण कही नहीं दिती राजे ने ते 3 क्यारियां बना दित्तियां ने, इन्नी जगह पुट दित्ती है। उधर दिन ढल रहा सी, शाम का सूरज पच्छम विच उगे दरख्तां दीयां टाहणियां चों झातियां मार रहा सी। शाम पै गई, सूरज ढल रहा है, सूरज की लाली घटनी शुरू हो गई है। राजे ने कही का काम पूरा होने तो बाद कही पासे रख दी ते महात्मा कोल आ गया। महाराज, मैनू मेरे सवालों के जवाब मिल जाते तो ठीक सी, नहीं तो मैं किसी होर पासे जावां, बिना मतलब दे मेरा इत्थे रुकना ठीक नहीं। हुण क्यारियां का काम पूरा कर दिता राजे ने, शामां भी पै गईयां ने। हुण आके फिर निमरता सहित उन्हें कहा है कि जे तुसीं मैनू मेरे सवालों के जवाब दे देंदे तो चंगा सी, नहीं दे सकते तो फिर मैं किसी होर कोल जाना वा, क्योंकि बिना किसी रीज़न तो, बिना मतलब तो मेरा इस जगह के उत्ते रुकना ठहरना ठीक नहीं। इस तो पहला कि महात्मा कोई जवाब दिंदे, एक व्यक्ति हफ्ता कुटिया के अहाते विच दाखल होया। उन्हां दोहां दा ध्यान उस नवें आदमी वल जाना कुदरती ही सी। राजे ने उसनूं फड़िया, पर इस तो पहला कि राजा कुछ करदा, वो जमीन उपर ढह ढेरी हो गया। हफ्ता हुंदा भी जदों बंदा साह लैण विच मुश्किल जी महसूस हुंदी होवे, औखे साह आ रहे होण। अहाता हुंदा जी वलगन, जिहड़ी वो जगह वली हुंदी है कंधां दे नाल, जिहड़ी वो आपां साइड बाउंड्री कीती हुंदी है, उहनूं कह दिंदे ने अहाता। हुण जदों अपनी गल का जवाब मंग रहा है महात्मा कोलों, अजे महात्मा जी कुछ बोले नहीं, पर एकदम एक व्यक्ति नूं अजिहे नूं वेख्या उत्थे अंदर दाखल हुंदियां। सो दोनों ने उहदे वल, दोनों का ध्यान हो गया कि कौन है, तो राजे ने उसनूं फड़िया है। पर इस तो पहला भी राजा उन्होंने कुछ कहंदा जां कुछ करदा, वो जमीन के उत्ते डिग गया, फड़दियां तो जमीन के उपर डिग गया। वधी हुई दाड़ी वाला ये व्यक्ति देखण नूं एक आम व्यक्ति जाप रहा सी। वो बुरी तरह जख्मी सी, उसके पेट कोलों बहुत सारा खून वग रहा सी, जिसनूं उसने अपने हत्थां नाल रोकिया होया सी। उसके कपड़े लहू नाल लथ-पथ हो रहे सन। दाड़ी वड्डी सी, उहदी वधी हुई सीगी ते आम जिहा सधारण जिहा व्यक्ति वो लग रहा सी। जख्मी होया सी बड़ी बुरी तरीके नाल, क्योंकि उहदे पेट दे विचों खून लगातार निकल रहा सी। कोई जख्म हो गया जां कुछ वज गया उहदे पेट दे विच, जिसनूं उहने अपने हत्थां नाल रोक के रखिया होया कि ब्लड ना निकले। पर हो सकदा जख्म गहरा सी, उहदे कपड़े पूरे लहू नाल लिबड़े हुए ने। उत्थे वो डिग गया आके। महात्मा कुटिया दे अंदर किते साफ कपड़ा लैके आए, उसके जख्म नूं बन्निया, पर खून तां लगातार वगी जा रहा सी। महात्मा ने कपड़ा लिआंदा है, उहदे जख्म दे उपर बन्निया है, पर फिर भी ब्लड रुक नहीं रहा, लगातार वगी जा रहा है। राजे ने उसके कपड़े उतार दिते ते उसनूं जमीन उपर लटा दिता। गिले कपड़े नाल जख्म साफ करके दोबारा पट्टी बन्नी, एक तो बाद दूजी, ते इस तरह पूरी रात उस जख्मी व्यक्ति नूं संभालण विच ही लंघ गई। सारी रात उहदी सेवा ही करते रहे ने दोवें जने। इहदी सेवा दे विच ज़्यादा हिस्सा पाया राजे ने, महात्मा ने भी हिस्सा पाया। उहदे कपड़े उतारे ने, सो राजे ने उन्होंने जमीन के उत्ते लटाया, फिर उहदे जख्म साफ किए ने, दोबारा उहदियां पट्टियां बन्नी गए ने। सारी रात उन्होंने ही संभालते रहे ने। राजे ते महात्मा की अनथक मेहनत ते जतना सदका उसका खून रुक गया। उस जख्मी धी ने पानी मंगिया, राजे ने उसनूं पीण लई पानी दिता। जख्म ने उसनूं बुरी तरह निढाल कर दिता सी ते वो कदों सौ गया उसनूं पता ही ना लग्या। राजा भी बुरी तरह थकिया होया सी, वो उत्थे एक पासे जमीन उपर ही सौ गया। दिन भर दे थकेवें ते रात दे उनींदे ने उसनूं डूंगी नींद विच पहुँचा दिता सी। हुण जिन्नी मेहनत उन्होंने की, दोवां ने, राजे ने महात्मा ने, दोवां ने कोशिशां कीतियां ने जिन्नियां जिन्नियां उन्हां कोल हो सकियां, जो बन सकिया उन्होंने कीता है। उहदे नाल उहदा खून रुक गया है। ते पानी मंगिया उस व्यक्ति ने, पानी पियाया उसनूं,
ਤੇ ਬੜੀ ਬੁਰੀ ਹਾਲਤ ਉਹਦੀ ਹੋਈ ਸੀਗੀ। ਉਹ ਸੌਂ ਗਿਆ, ਉਹਨੂੰ ਵੀ ਨਹੀਂ ਪਤਾ ਚੱਲਿਆ। ਹੁਣ ਰਾਜਾ ਵੀ ਥੱਕਿਆ ਸੀ ਕਿਆਰੀਆਂ ਪੁੱਟ ਕੇ, ਉਹ ਵੀ ਥੱਕਿਆ ਸੀ, ਉਹ ਵੀ ਜ਼ਮੀਨ ਦੇ ਉੱਪਰ ਹੀ ਸੌਂ ਗਿਆ। ਸੋ ਉਹਨੂੰ ਦਿਨ ਭਰ ਦੀ ਥਕਾਵਟ ਸੀਗੀ, ਨੀਂਦ ਆਈ ਸੀ ਤੇ ਬੜੀ ਗੂੜੀ ਨੀਂਦ ਆ ਗਈ, ਉਹਨੂੰ ਸੌਂ ਗਿਆ ਉਹ। ਇਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਉਹਦੀ ਅੱਖ ਖੁੱਲਦੀ ਹੈ ਤੇ ਕੀ ਇਸ ਰਾਜੇ ਨੂੰ ਅਜੇ ਤੱਕ ਨਹੀਂ ਸਵਾਲਾਂ ਦੇ ਜਵਾਬ ਮਿਲੇ ਤੇ ਕੀ ਇਹਨੂੰ ਅਗਾਂਹ ਮਿਲਦੇ ਨੇ ਜਵਾਬ? ਕੀ ਉਹ ਮਹਾਤਮਾ ਇਹਨੂੰ ਕਿਸੇ ਗੱਲ ਦਾ ਉੱਤਰ ਦਿੰਦਾ ਹੈ ਜਾਂ ਨਹੀਂ ਦਿੰਦਾ? ਇਹਨਾਂ ਸੰਬੰਧੀ ਅਸੀਂ ਕੱਲ੍ਹ ਪੜ੍ਹਾਂਗੇ। ਕੱਲ੍ਹ ਤੱਕ ਲਈ ਧੰਨਵਾਦ।